ਸੋ ਪਿਆਰੇ ਵਿਦਿਆਰਥੀਓ, ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ 11ਵੀਂ ਜਮਾਤ ਦੇ ਚੈਪਟਰ ਨੰਬਰ 1 ਦੀ, ਜਿਸ ਦਾ ਨਾਮ ਹੈ ਵੈਬ ਡਿਜ਼ਾਈਨਿੰਗ ਵਿਦ HTML ਐਂਡ CSS। ਇਸ ਦੇ ਵਿੱਚ ਅਸੀਂ ਪ੍ਰਸ਼ਨ ਉੱਤਰ ਦੀ ਗੱਲ ਕਰਾਂਗੇ। ਚੈਪਟਰ ਨੰਬਰ 1 ਦੀ ਜੋ ਐਕਸਰਸਾਈਜ਼ ਹੈ, ਅਸੀਂ ਉਸ ਦੀ ਗੱਲ ਕਰਾਂਗੇ। ਇਸ ਵੀਡੀਓ ਦੇ ਵਿੱਚ ਅਸੀਂ ਇੰਗਲਿਸ਼ ਅਤੇ ਪੰਜਾਬੀ ਦੋਨੋਂ ਹੀ ਮੈਥਡ ਯੂਜ਼ ਕਰਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਉਮੀਦ ਕਰਾਂਗੇ ਕਿ ਤੁਹਾਨੂੰ ਜੋ ਕੁਐਸਚਨ ਆਨਸਰਸ ਨੇ ਉਹ ਚੰਗੀ ਤਰ੍ਹਾਂ ਸਮਝ ਲੱਗ ਜਾਣ। ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਨਾਲ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਉਹਨਾਂ ਦੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਣ ਅਤੇ ਤੁਸੀਂ ਆਪਣੀ ਸਟੱਡੀ ਨੂੰ ਆਨਲਾਈਨ ਜਾਰੀ ਰੱਖ ਸਕੋ। ਸੋ ਸਭ ਤੋਂ ਪਹਿਲਾਂ ਅਸੀਂ ਬਲੈਂਕਸ ਦੀ ਗੱਲ ਕਰਦੇ ਹਾਂ। ਨੰਬਰ 1, ਫॉर ਕ੍ਰੀਏਟਿੰਗ ਵੈਬਸਾਈਟ ਕਲੀਨ ਐਂਡ ਫਰੈਸ਼ ਡੈਸ਼ ਸ਼ੁੱਡ ਬੀ ਮਸਟ। ਅਗਰ ਤੁਸੀਂ ਵੈਬਸਾਈਟ ਨੂੰ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੁੰਦੀ ਹੈ, ਉਸ ਨੂੰ ਅਸੀਂ ਬੋਲਦੇ ਹਾਂ ਡਿਜ਼ਾਈਨ। ਨੰਬਰ 2, ਇਟ ਹੈਜ਼ ਬੀਨ ਲਰਨ ਫਰੋਮ ਅ ਰਿਸਰਚ ਡੈਟ ordinary users scan web page in dash pattern। ਮੋਸਟਲੀ ਜਦੋਂ ਵੀ ਕੋਈ ਯੂਜ਼ਰ ਕਿਸੇ ਵੈਬਸਾਈਟ ਦੇ ਉੱਪਰ ਵਿਜ਼ਿਟ ਕਰਦਾ ਹੈ ਤਾਂ ਉਹ ਕਿਸ ਤਰੀਕੇ ਨਾਲ ਕਿਸੇ ਵੈਬਸਾਈਟ ਨੂੰ ਦੇਖਦਾ ਹੈ, ਉਸ ਨੂੰ ਅਸੀਂ ਬੋਲਦੇ ਹਾਂ ਐਫ ਡਿਜ਼ਾਈਨ ਪੈਟਰਨ। ਇਸ ਤੋਂ ਭਾਵ ਕਿ ਜਦੋਂ ਵੀ ਅਸੀਂ ਕਿਸੇ ਵੈਬਸਾਈਟ ਨੂੰ ਫਸਟ ਲੁੱਕ 'ਚ ਦੇਖਦੇ ਹਾਂ ਤਾਂ ਸਟਾਰਟਿੰਗ ਸਾਡਾ ਜੋ ਧਿਆਨ ਹੁੰਦਾ ਹੈ ਵੈਬਸਾਈਟ ਦੇ ਹੋਮ ਪੇਜ ਦੇ ਲੈਫਟ ਸਾਈਡ ਦੇ ਉੱਪਰ ਅਸੀਂ ਜ਼ਿਆਦਾ ਨਿਗਾਹ ਰੱਖਦੇ ਹਾਂ। ਇਸ ਨੂੰ ਅਸੀਂ ਬੋਲਦੇ ਹਾਂ ਐਫ ਡਿਜ਼ਾਈਨ ਪੈਟਰਨ। ਨੰਬਰ 3, HTML is used to organize text, images and other web pages dash into web pages। HTML ਨੂੰ ਅਸੀਂ ਕਿਸ ਕੰਮ ਲਈ ਯੂਜ਼ ਕਰਦੇ ਹਾਂ ਕਿ HTML ਦੀ ਵਰਤੋਂ ਅਸੀਂ ਟੈਕਸਟ, ਇਮੇਜ ਜਾਂ ਹੋਰ ਜਿੰਨੇ ਵੀ ਵੈਬ ਪੇਜ ਦੇ ਐਲੀਮੈਂਟਸ ਹੁੰਦੇ ਨੇ ਉਹਨਾਂ ਨੂੰ ਆਰਗੇਨਾਈਜ਼ ਕਰਨ ਲਈ ਯੂਜ਼ ਕਰਦੇ ਹਾਂ। ਇਸ ਬਲੈਂਕ ਦਾ ਜੋ ਆਨਸਰ ਹੈ ਉਸ ਦਾ ਨਾਮ ਹੈ ਐਲੀਮੈਂਟਸ। ਨੰਬਰ 4, by using dash design of websites and web pages can be designed in a very simple and effective way। CSS ਨੂੰ ਅਸੀਂ ਯੂਜ਼ ਕਰਦੇ ਹਾਂ ਕਿਸੇ ਵੀ ਵੈਬਸਾਈਟ ਦੇ ਜਿਹੜੇ ਵੈਬ ਪੇਜਸ ਨੇ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਡਿਜ਼ਾਈਨ ਕਰਨ ਲਈ। ਡੈਸ਼ ਹੈਲਪਸ ਟੂ ਸਿਲੈਕਟ ਐਂਡ ਸੈਟ HTML ਐਲੀਮੈਂਟਸ। ਸਿਲੈਕਟਰ ਦੀ ਮਦਦ ਦੇ ਨਾਲ ਅਸੀਂ ਕਿਸੇ ਵੀ HTML ਦੇ ਟੈਗ ਦੀ ਪ੍ਰੋਪਰਟੀ ਨੂੰ ਸੈੱਟ ਕਰ ਸਕਦੇ ਹਾਂ। ਸੋ ਇਹ ਸੀ ਤੁਹਾਡੀਆਂ ਬਲੈਂਕਸ। ਅੱਗੇ ਅਸੀਂ ਗੱਲ ਕਰਦੇ ਹਾਂ ਕੁਝ ਵੈਰੀ ਸ਼ਾਰਟ ਆਨਸਰ ਟਾਈਪ ਕੁਐਸਚਨਸ ਦੀ। ਨੰਬਰ 1, ਰਾਈਟ ਦਾ ਫੁੱਲ ਫਾਰਮ ਆਫ W3C ਨੇਮ। W3C ਦੀ ਫੁੱਲ ਫਾਰਮ ਹੁੰਦੀ ਹੈ ਵਰਲਡ ਵਾਈਡ ਵੈਬ ਕੰਜ਼ੋਰਟੀਅਮ। ਇਸ ਤੋਂ ਭਾਵ ਕਿ ਇਹ ਇੱਕ ਮੇਨ ਇੰਟਰਨੈਸ਼ਨਲ ਸਟੈਂਡਰਡ ਹੈ ਜੋ ਸੈੱਟ ਕੀਤਾ ਗਿਆ ਹੈ ਵਰਲਡ ਵਾਈਡ ਵੈਬ ਲਈ। ਨੰਬਰ 2, ਰਾਈਟ ਦਾ ਫੁੱਲ ਫਾਰਮ ਆਫ CSS, ਕਾਸਕੇਡਿੰਗ ਸਟਾਈਲ ਸ਼ੀਟਸ। What is the extension of external CSS ਫਾਈਲ? ਜੋ ਅਸੀਂ CSS ਦੀ ਫਾਈਲ ਨੂੰ ਐਕਸਟਰਨਲੀ ਆਪਣੇ ਕੰਪਿਊਟਰ ਵਿੱਚ ਸੇਵ ਕਰਦੇ ਹਾਂ ਉਸ ਦੀ ਐਕਸਟੈਂਸ਼ਨ ਕੀ ਹੁੰਦੀ ਹੈ .CSS। ਜਿਵੇਂ HTML ਦੇ ਡਾਕੂਮੈਂਟ ਦੀ ਐਕਸਟੈਂਸ਼ਨ .HTML ਹੁੰਦੀ ਹੈ, ਉਸੇ ਤਰ੍ਹਾਂ ਕਿਸੇ ਵੀ CSS ਫਾਈਲ ਦੀ ਜੋ ਐਕਸਟੈਂਸ਼ਨ ਹੈ ਉਹ CSS ਹੁੰਦੀ ਹੈ। In which tag internal CSS is defined in the HTML web page। HTML ਦੇ ਵੈਬ ਪੇਜ ਦੇ ਵਿੱਚ ਅਸੀਂ ਕਿਸ ਟੈਗ ਦੀ ਵਰਤੋਂ ਕਰਕੇ CSS ਦੀ ਸ਼ੀਟ ਨੂੰ ਡਿਫਾਈਨ ਕਰਦੇ ਹਾਂ, ਉਸ ਦਾ ਨਾਮ ਹੈ ਲਿੰਕ ਟੈਗ। ਰਾਈਟ ਦਾ ਫੁੱਲ ਨੇਮ ਆਫ WYSI। ਇਸ ਦਾ ਪੂਰਾ ਨਾਮ ਹੈ what you see is what you get। ਅੱਗੇ ਅਸੀਂ ਗੱਲ ਕਰਦੇ ਹਾਂ ਕੁਝ ਸ਼ਾਰਟ ਆਨਸਰ ਟਾਈਪ ਕੁਐਸਚਨਸ ਦੀ। ਨੰਬਰ 1, ਰਾਈਟ ਦਾ ਬੇਸਿਕ ਸਟਰਕਚਰ ਆਫ HTML ਡਾਕੂਮੈਂਟ। HTML ਦਾ ਜੋ ਵੀ ਡਾਕੂਮੈਂਟ ਹੁੰਦਾ ਹੈ ਉਸ ਦੀ ਜੋ ਬੇਸਿਕ ਸਟਰਕਚਰ ਹੈ ਉਹ ਕੀ ਹੁੰਦੀ ਹੈ। ਇਹਦਾ ਆਨਸਰ ਕੀ ਹੈ HTML documents begin from HTML tag and ends with /HTML tag। Structure of HTML document can be divided into two main parts। HTML ਦਾ ਜੋ ਵੀ ਡਾਕੂਮੈਂਟ ਹੁੰਦਾ ਹੈ ਉਹ HTML ਟੈਗ ਤੋਂ ਸ਼ੁਰੂ ਹੋ ਕੇ ਅਤੇ ਕਲੋਜ਼ਿੰਗ HTML ਟੈਗ ਦੇ ਨਾਲ ਉਹ ਖਤਮ ਹੁੰਦਾ ਹੈ ਅਤੇ HTML ਦੇ ਡਾਕੂਮੈਂਟ ਨੂੰ ਅਸੀਂ ਮੇਨਲੀ ਟੂ ਪਾਰਟਸ ਵਿੱਚ ਡਿਵਾਈਡ ਕਰਦੇ ਹਾਂ। ਫਸਟ ਹੁੰਦਾ ਹੈ ਹੈਡ ਪਾਰਟ ਐਂਡ ਸੈਕਿੰਡ ਹੁੰਦਾ ਹੈ ਬੋਡੀ ਪਾਰਟ। ਹੈਡ ਪਾਰਟ ਜੋ ਹੁੰਦਾ ਹੈ ਉਹ HTML ਦੇ
ਹੈਡ ਟੈਗ ਦੇ ਨਾਲ ਡਿਫਾਈਨ ਕੀਤਾ ਜਾਂਦਾ ਹੈ, ਹੈਡ ਸਟਾਰਟਿੰਗ ਐਂਡ ਹੈਡ ਕਲੋਜ਼ਿੰਗ। ਅਤੇ ਜੋ ਬੋਡੀ ਪਾਰਟ ਹੁੰਦਾ ਹੈ ਉਹ HTML ਦੇ ਬੋਡੀ ਟੈਗ ਦੇ ਨਾਲ ਡਿਫਾਈਨ ਕੀਤਾ ਜਾਂਦਾ ਹੈ, ਸਟਾਰਟਿੰਗ ਜੋ ਬੋਡੀ ਟੈਗ ਹੈ ਅਤੇ ਉਸ ਦੇ ਨਾਲ ਕਲੋਜ਼ਿੰਗ ਬੋਡੀ ਟੈਗ। ਹੈਡ ਟੈਗ ਦੇ ਵਿੱਚ ਅਸੀਂ ਕੁਝ ਬੇਸਿਕ ਇਨਫੋਰਮੇਸ਼ਨ ਦਿੰਦੇ ਹਾਂ, ਲਾਈਕ ਤੁਹਾਡਾ ਜੋ ਵੀ ਵੈਬ ਪੇਜ ਹੈ ਉਸ ਦਾ ਤੁਸੀਂ ਟਾਈਟਲ HTML ਦੇ ਹੈਡ ਟੈਗ ਵਿੱਚ ਦੇ ਸਕਦੇ ਹੋ ਵਿਦ ਦਾ ਹੈਲਪ ਆਫ ਟਾਈਟਲ ਟੈਗ। ਅਤੇ ਬਾਕੀ ਜੋ ਵੀ ਤੁਹਾਡੇ ਐਲੀਮੈਂਟਸ ਹੁੰਦੇ ਨੇ ਜਿਨ੍ਹਾਂ ਨੂੰ ਵੀ ਤੁਸੀਂ ਆਪਣੇ ਵੈਬ ਪੇਜ ਦੇ ਵਿੱਚ ਯੂਜ਼ ਕਰਨਾ ਚਾਹੁੰਦੇ ਹੋ, ਉਹਨਾਂ ਸਾਰੇ ਹੀ ਐਲੀਮੈਂਟਸ ਨੂੰ ਟੈਗਸ ਦੀ ਮਦਦ ਦੇ ਨਾਲ ਤੁਸੀਂ ਬੋਡੀ ਟੈਗ ਦੇ ਵਿੱਚ ਯੂਜ਼ ਕਰਦੇ ਹੋ। ਇਟ ਮੀਨਸ ਕਿ HTML ਦੇ ਡਾਕੂਮੈਂਟ ਦੇ ਦੋ ਭਾਗ ਹੁੰਦੇ ਨੇ, ਇੱਕ ਹੈਡ ਭਾਗ ਅਤੇ ਸੈਕਿੰਡ ਬੋਡੀ ਭਾਗ। ਸੈਕਿੰਡ ਕੁਐਸਚਨ ਹੈਗਾ ਰਾਈਟ ਵੇਰੀਅਸ ਵੈਬਸਾਈਟ ਡਿਵੈਲਪਮੈਂਟ ਫੇਜ਼ਸ, ਕਿ ਕਿਸੇ ਵੀ ਵੈਬਸਾਈਟ ਨੂੰ ਤਿਆਰ ਕਰਨ ਦੇ ਕਿਹੜੇ ਸਟੈਪ ਹੁੰਦੇ ਨੇ। There are 6 major steps in website design and development process। ਕਿਸੇ ਵੀ ਵੈਬਸਾਈਟ ਨੂੰ ਤਿਆਰ ਕਰਨ ਦੇ 6 ਸਟੈਪ ਹੁੰਦੇ ਨੇ। These steps goes from collecting initial information to building a fully functional website and finally to do maintenance to keeping the website up to date। ਇਹ ਜਿਹੜੇ ਸਟੈਪ ਨੇ ਇਨਫੋਰਮੇਸ਼ਨ ਨੂੰ ਕਲੈਕਟ ਕਰਨ ਤੋਂ ਲੈ ਕੇ ਸਾਈਟ ਨੂੰ ਮੇਨਟੇਨ ਕਰਨ ਤੱਕ ਹੁੰਦੇ ਨੇ। ਅਗਰ ਅਸੀਂ ਸਟੈਪ ਨੰਬਰ 1 ਦੀ ਗੱਲ ਕਰਦੇ ਹਾਂ ਤਾਂ ਉਹ ਹੈ ਇਨਫੋਰਮੇਸ਼ਨ ਗੈਦਰਿੰਗ, ਯਾਨੀ ਕਿ ਜਿਸ ਟੌਪਿਕ ਦੇ ਬਾਰੇ ਵੀ ਤੁਸੀਂ ਵੈਬਸਾਈਟ ਤਿਆਰ ਕਰ ਰਹੇ ਹੋ ਜਾਂ ਵੈਬਸਾਈਟ ਬਣਾਉਣੀ ਹੈ ਉਸ ਦੇ ਬਾਰੇ ਤੁਸੀਂ ਪਹਿਲਾਂ ਇਨਫੋਰਮੇਸ਼ਨ ਨੂੰ ਕਲੈਕਟ ਕਰੋ। ਸੈਕਿੰਡ ਪਲੈਨਿੰਗ, ਕਿ ਉਸ ਵੈਬਸਾਈਟ ਦੀ ਪਲੈਨਿੰਗ ਕਰੋ ਕਿ ਉਹ ਵੈਬਸਾਈਟ ਕਿਹੜੇ ਕੰਮ ਲਈ ਵਰਤੀ ਜਾਣੀ ਹੈ ਅਤੇ ਉਸਨੇ ਕੰਮ ਕਿਵੇਂ ਕਰਨਾ ਹੈ। ਥਰਡ ਡਿਜ਼ਾਈਨ, ਤੁਸੀਂ ਫਿਰ ਉਸਦਾ ਡਿਜ਼ਾਈਨ ਤਿਆਰ ਕਰਦੇ ਹੋ ਕਿ ਉਹ ਲੁੱਕ ਵਾਈਜ਼ ਵੈਬਸਾਈਟ ਤੁਹਾਨੂੰ ਕਿਵੇਂ ਦੀ ਦਿਖਾਈ ਦੇਵੇਗੀ ਜਾਂ ਉਸ ਵਿੱਚ ਤੁਸੀਂ ਕਿਹੜੇ ਐਲੀਮੈਂਟਸ ਯੂਜ਼ ਕਰਨੇ ਨੇ। ਫੋਰਥ ਡਿਵੈਲਪਮੈਂਟ, ਆਫਟਰ ਡਿਜ਼ਾਈਨ ਤੁਸੀਂ ਵੈਬਸਾਈਟ ਨੂੰ ਡਿਵੈਲਪ ਕਰਨਾ ਸਟਾਰਟ ਕਰ ਦਿੰਦੇ ਹੋ, ਜੋ ਉਸਦੀ ਕੋਡਿੰਗ ਹੈ ਫਰੰਟ ਐਂਡ ਐਂਡ ਬੈਕ ਐਂਡ ਦੋਨੋਂ ਜਗ੍ਹਾ ਦੇ ਉੱਪਰ ਤੁਸੀਂ ਉਸਦੀ ਡਿਵੈਲਪਮੈਂਟ ਤਿਆਰ ਕਰਦੇ ਹੋ। ਫਿਫਥ ਜੋ ਪੁਆਇੰਟ ਹੈ ਉਸ ਵਿੱਚ ਤੁਸੀਂ ਜੋ ਤੁਹਾਡੀ ਬਣਾਈ ਗਈ ਵੈਬਸਾਈਟ ਹੈ ਉਸ ਨੂੰ ਤੁਸੀਂ ਟੈਸਟ ਕਰਦੇ ਹੋ ਅਤੇ ਉਸ ਨੂੰ ਪਬਲਿਸ਼ ਕਰ ਦਿੰਦੇ ਹੋ। ਅਤੇ ਲਾਸਟ ਜੋ ਸਟੈਪ ਹੈ ਵੈਬਸਾਈਟ ਨੂੰ ਮੇਨਟੇਨ ਕਰਨ ਦਾ, ਵੈਬਸਾਈਟ ਨੂੰ ਅਪ ਟੂ ਡੇਟ ਰੱਖਣ ਦਾ। ਇਹ 6 ਸਟੈਪ ਨੇ ਜਿਨ੍ਹਾਂ ਨੂੰ ਯੂਜ਼ ਕੀਤਾ ਜਾਂਦਾ ਕਿਸੇ ਵੀ ਵੈਬਸਾਈਟ ਨੂੰ ਬਣਾਉਣ ਦੇ ਲਈ। ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਹ ਸਾਰੇ ਹੀ ਸਟੈਪ ਯੂਜ਼ ਹੁੰਦੇ ਨੇ ਵੈਬਸਾਈਟ ਦੇ ਡਿਵੈਲਪਮੈਂਟ ਦੇ ਲਈ। ਨੈਕਸਟ ਜੋ ਕੁਐਸਚਨ ਹੈ ਕੁਐਸਚਨ ਨੰਬਰ 3, ਰਾਈਟ ਦਾ ਰੋਲ ਆਫ HTML ਇਨ ਵੈਬ। ਵੈਬ ਦੇ ਵਿੱਚ HTML ਦਾ ਰੋਲ ਕੀ ਹੈ। ਵੈਬ ਡਿਜ਼ਾਈਨ ਇਜ਼ ਅ ਪ੍ਰੋਸੈਸ ਆਫ ਕ੍ਰੀਏਟਿੰਗ ਵੈਬਸਾਈਟ। ਵੈਬ ਡਿਜ਼ਾਈਨ ਤੋਂ ਭਾਵ ਕਿ ਇੱਕ ਇੱਦਾਂ ਦਾ ਪ੍ਰੋਸੈਸ ਜਿਸ ਦੇ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਵੈਬਸਾਈਟਸ ਨੂੰ ਕ੍ਰੀਏਟ ਕਰਦੇ ਹਾਂ। It includes several different aspects such as web page layout, content production and graphic design etc। ਇਹਦੇ ਵਿੱਚ ਕੀ ਹੋ ਸਕਦਾ ਹੈ ਕਿ ਵੈਬ ਪੇਜ ਦੀ ਲੇਆਊਟ ਕੀ ਹੋਵੇ, ਉਸ ਵਿੱਚ ਕਿਹੜੇ ਕੰਟੈਂਟ ਹੋਣ, ਜੋ ਵੀ ਤੁਹਾਡੀ ਵੈਬਸਾਈਟ ਦੀ ਗ੍ਰਾਫਿਕ ਹੈ ਉਹ ਕਿਵੇਂ ਦੀ ਹੋਵੇ। ਵੈਬਸਾਈਟ ਆਰ ਕ੍ਰੀਏਟਡ ਯੂਜ਼ਿੰਗ ਏ ਮਾਰਕਅਪ ਲੈਂਗੁਏਜ ਕਾਲਡ HTML। ਜਦੋਂ ਅਸੀਂ ਵੈਬਸਾਈਟ ਨੂੰ ਬਣਾਉਂਦੇ ਹਾਂ ਤਾਂ ਵੈਬਸਾਈਟ ਨੂੰ ਬਣਾਉਣ ਲਈ ਜਿਹੜੀ ਲੈਂਗੁਏਜ ਯੂਜ਼ ਕੀਤੀ ਜਾਂਦੀ ਹੈ ਉਸ ਨੂੰ ਅਸੀਂ HTML ਲੈਂਗੁਏਜ ਬੋਲਦੇ ਹਾਂ, ਜਿਸ ਦਾ ਪੂਰਾ ਨਾਮ ਹੈ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। ਵੈਬ ਡਿਜ਼ਾਈਨਰਸ build web pages using HTML tags that define the content and metadata of each page। ਜਿਹੜੇ ਵੈਬ ਡਿਜ਼ਾਈਨਰ ਹੁੰਦੇ ਨੇ ਉਹ HTML ਦੇ ਜੋ ਵੀ ਟੈਗਸ ਨੇ ਉਹਨਾਂ ਨੂੰ ਯੂਜ਼ ਕਰਕੇ ਕਿਸੇ ਵੀ ਵੈਬਸਾਈਟ ਦਾ ਜੋ ਵੀ ਕੰਟੈਂਟ ਹੈ ਉਸ ਨੂੰ ਡਿਫਾਈਨ ਕਰਦੇ ਆ। HTML plays an important role in web designing। HTML ਕਾਫੀ ਮਹੱਤਵਪੂਰਨ ਰੋਲ ਪਲੇ ਕਰਦਾ ਹੈ ਕਿਸੇ ਵੀ ਵੈਬਸਾਈਟ ਨੂੰ ਡਿਜ਼ਾਈਨ ਕਰਨ ਦੇ ਲਈ। HTML code is used to design static web pages। HTML ਦਾ ਜੋ ਕੋਡ ਹੈ, ਜੋ HTML ਦੇ ਟੈਗਸ ਨੇ, ਤੁਸੀਂ ਇਹਨਾਂ ਦੀ ਵਰਤੋਂ ਕਰਕੇ ਕਿਸੇ ਵੀ ਸਟੈਟਿਕ ਵੈਬ ਪੇਜ ਨੂੰ ਤਿਆਰ ਕਰ ਸਕਦੇ ਹੋ। This code is understood by the web browser। ਜਿਹੜਾ ਵੈਬ ਬਰਾਊਜ਼ਰ ਹੁੰਦਾ ਹੈ ਉਹ ਇਹਨਾਂ ਕੋਡਸ ਨੂੰ ਸਮਝਦਾ ਹੈ ਅਤੇ ਇਹਨਾਂ ਕੋਡਸ ਨੂੰ ਐਗਜ਼ੀਕਿਊਟ ਕਰਕੇ ਜੋ ਵੀ ਸਾਡੀ ਰਿਕੁਆਇਰਡ ਆਉਟਪੁੱਟ ਹੁੰਦੀ ਹੈ ਉਹ ਦਿੰਦਾ ਹੈ। ਵੈਬ ਬਰਾਊਜ਼ਰਸ make the HTML code viewable and display it on our computer screen। ਜਿਹੜਾ ਵੈਬ ਬਰਾਊਜ਼ਰ ਹੁੰਦਾ ਹੈ ਉਹ HTML ਦੇ ਕੋਡ ਨੂੰ ਰੀਡ ਕਰਕੇ ਸਾਡੇ ਵੈਬਸਾਈਟ ਦਾ ਜੋ ਵੀ ਕੰਟੈਂਟ ਹੈ ਕੰਪਿਊਟਰ ਦੀ ਸਕਰੀਨ ਉੱਤੇ ਉਸ ਨੂੰ ਡਿਸਪਲੇ ਕਰਦਾ ਹੈ। ਬੇਸਿਕਲੀ HTML ਜੋ ਲੈਂਗੁਏਜ ਹੈ ਉਹ ਵੱਖ-ਵੱਖ ਤਰ੍ਹਾਂ ਦੇ ਵੈਬ ਪੇਜ ਤਿਆਰ ਕਰਨ ਲਈ ਕੀਤੀ ਜਾਂਦੀ ਹੈ। HTML ਦੀ ਵਰਤੋਂ ਕਰਕੇ ਅਸੀਂ ਸਟੈਟਿਕ ਵੈਬ ਪੇਜ ਡਿਜ਼ਾਈਨ ਕਰ ਸਕਦੇ ਹਾਂ। ਜ਼ਿਆਦਾ ਵੈਬ ਡਿਜ਼ਾਈਨਰਸ ਜਿਹੜੇ ਹੁੰਦੇ ਨੇ ਉਹ HTML ਲੈਂਗੁਏਜ ਨੂੰ ਹੀ ਪ੍ਰੈਫਰ ਕਰਦੇ ਨੇ। HTML ਦੇ ਜਿੰਨੇ ਵੀ ਟੈਗਸ ਹੁੰਦੇ ਨੇ ਸਾਡਾ ਬਰਾਊਜ਼ਰ ਉਹਨਾਂ ਸਾਰੇ ਹੀ ਟੈਗਸ ਨੂੰ
ਰੀਡ ਕਰਦਾ ਹੈ, ਐਗਜ਼ੀਕਿਊਟ ਕਰਦਾ ਹੈ ਅਤੇ ਸਾਨੂੰ ਜੋ ਵੀ ਰਿਕੁਆਇਰਡ ਸਾਡੀ ਆਉਟਪੁੱਟ ਹੁੰਦੀ ਹੈ ਸਾਡੇ ਬਰਾਊਜ਼ਰ ਦੀ ਸਕਰੀਨ ਉੱਤੇ ਉਹ ਦਿਖਾਉਂਦਾ ਹੈ। ਅਗਲਾ ਕੁਐਸਚਨ ਹੈ ਵਟ CSS ਇਜ਼ ਯੂਜ਼ਡ ਫॉर। ਅਸੀਂ CSS ਨੂੰ ਕਿਉਂ ਯੂਜ਼ ਕਰਦੇ ਹਾਂ? CSS ਸਟੈਂਡਸ ਫॉर ਕਾਸਕੇਡਿੰਗ ਸਟਾਈਲ ਸ਼ੀਟਸ। CSS ਦਾ ਜੋ ਪੂਰਾ ਨਾਮ ਹੈ ਕਾਸਕੇਡਿੰਗ ਸਟਾਈਲ ਸ਼ੀਟ ਹੈ। It is a simple web page designing language which is used to make web page design simple and effective। ਇੱਕ ਬਹੁਤ ਹੀ ਸਿੰਪਲ ਲੈਂਗੁਏਜ ਹੈ ਜਿਹੜੀ ਕਿਸੇ ਵੀ ਵੈਬ ਪੇਜ ਨੂੰ ਵਧੀਆ ਤਰੀਕੇ ਨਾਲ ਫਾਰਮੈਟ ਕਰਨ ਲਈ ਯੂਜ਼ ਕੀਤੀ ਜਾਂਦੀ ਹੈ। In simple words, we can say that it is a language to format and design web pages। ਅਗਰ ਅਸੀਂ ਛੋਟੇ ਸ਼ਬਦਾਂ ਦੇ ਵਿੱਚ ਗੱਲ ਕਰੀਏ ਤਾਂ ਇੱਕ ਇਦਾਂ ਦੀ ਲੈਂਗੁਏਜ ਹੈ ਜਿਹੜੇ ਸਾਡੇ ਵੈਬ ਪੇजेस ਦੀ ਫਾਰਮੈਟਿੰਗ ਕਰਦੀ ਹੈ। CSS is easy to learn and understand। ਸਮਝਣਾ ਅਤੇ ਇਸ ਨੂੰ ਸਿੱਖਣਾ ਕਾਫੀ ਈਜ਼ੀ ਹੈ ਕਿਉਂਕਿ ਜਿਵੇਂ ਅਸੀਂ HTML ਲੈਂਗੁਏਜ ਨੂੰ ਆਸਾਨੀ ਨਾਲ ਸਮਝਦੇ ਹਾਂ ਤੇ ਸਿੱਖਦੇ ਹਾਂ ਉਸੇ ਤਰ੍ਹਾਂ CSS ਨੂੰ ਵੀ ਅਸੀਂ ਆਸਾਨੀ ਨਾਲ ਸਮਝ ਅਤੇ ਸਿੱਖ ਸਕਦੇ ਹਾਂ। It is commonly used to build websites with HTML। ਬੇਸਿਕਲੀ CSS ਨੂੰ ਅਸੀਂ HTML ਲੈਂਗੁਏਜ ਦੇ ਨਾਲ ਹੀ ਯੂਜ਼ ਕਰਕੇ ਆਪਣੇ ਵੈਬ ਪੇਜ ਨੂੰ ਡਿਜ਼ਾਈਨ ਕਰਦੇ ਹਾਂ। The layout and appearance of elements within a web page are typically defined using CSS। ਅਸੀਂ CSS ਦੀ ਮਦਦ ਦੇ ਨਾਲ ਜਿੰਨੇ ਵੀ ਸਾਡੇ ਐਲੀਮੈਂਟਸ ਹੁੰਦੇ ਨੇ ਕਿਸੇ ਵੈਬ ਪੇਜ ਦੇ ਉਹਨਾਂ ਦੀ ਲੇਆਊਟ ਨੂੰ ਵਧੀਆ ਤਰੀਕੇ ਨਾਲ ਡਿਫਾਈਨ ਕਰ ਸਕਦੇ ਹਾਂ। Therefore, most websites includes a combination of HTML and CSS that defines how each page will appear in a browser। ਸੋ ਇਸੇ ਕਰਕੇ ਮੋਸਟਲੀ ਜ਼ਿਆਦਾ ਜਿਹੜੇ ਡਿਜ਼ਾਈਨਰਸ ਨੇ ਉਹ HTML ਦੇ ਨਾਲ CSS ਲੈਂਗੁਏਜ ਨੂੰ ਯੂਜ਼ ਕਰਕੇ ਸਾਡੇ ਵੈਬ ਪੇਜ ਦੀ ਅਪੀਅਰੈਂਸ ਨੂੰ ਵਧੀਆ ਕਰਦੇ ਨੇ। ਯਾਨੀ ਕਿ ਜਿੰਨੇ ਵੀ ਤੁਹਾਡੇ ਵੈਬ ਪੇजेस ਹੁੰਦੇ ਨੇ ਤੁਸੀਂ ਉਹਨਾਂ ਦੀ ਅਗਰ ਵਧੀਆ ਫਾਰਮੈਟਿੰਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ HTML ਦੇ ਨਾਲ CSS ਲੈਂਗੁਏਜ ਨੂੰ ਅਗਰ ਯੂਜ਼ ਕਰਦੇ ਹੋ ਤਾਂ ਤੁਹਾਡੇ ਜੋ ਐਲੀਮੈਂਟਸ ਨੇ ਤੁਸੀਂ ਉਹਨਾਂ ਦੀ ਲੇਆਊਟ ਨੂੰ ਵਧੀਆ ਤਰੀਕੇ ਨਾਲ ਡਿਫਾਈਨ ਕਰ ਸਕਦੇ ਹੋ। ਅੱਗੇ ਸਾਡੇ ਲੌਂਗ ਕੁਐਸਚਨਸ ਨੇ। ਕੁਐਸਚਨ ਨੰਬਰ 1 ਐਕਸਪਲੇਨ ਦਾ ਪ੍ਰਿੰਸੀਪਲਸ ਆਫ ਗੁੱਡ ਵੈਬਸਾਈਟ ਡਿਜ਼ਾਈਨ। ਸਾਡੇ ਬੇਸਿਕ ਕੀ ਪ੍ਰਿੰਸੀਪਲਸ ਨੇ ਅਗਰ ਅਸੀਂ ਇੱਕ ਵਧੀਆ ਵੈਬਸਾਈਟ ਡਿਜ਼ਾਈਨ ਕਰਨੀ ਚਾਹੁੰਦੇ ਹਾਂ ਤਾਂ ਉਹਦੇ ਵਿੱਚ ਕੀ ਇੰਪੋਰਟੈਂਟ ਗੱਲਾਂ ਹੋਣੀਆਂ ਚਾਹੀਦੀਆਂ ਨੇ। ਨੰਬਰ 1 ਸਿੰਪਲਿਸਿਟੀ। The design of web page should be simple and its navigation should be easy। ਅਗਰ ਸਿੰਪਲਿਸਿਟੀ ਦੀ ਅਸੀਂ ਗੱਲ ਕਰਦੇ ਹਾਂ ਤਾਂ ਸਾਡੀ ਵੈਬਸਾਈਟ ਦਾ ਜੋ ਡਿਜ਼ਾਈਨ ਹੈ ਸਿੰਪਲ ਹੋਣਾ ਚਾਹੀਦਾ ਅਤੇ ਜੋ ਵੀ ਉੱਤੇ ਨੈਵੀਗੇਸ਼ਨ ਅਸੀਂ ਕਰਦੇ ਹਾਂ ਜਾਂ ਜਿੰਨੇ ਵੀ ਵਿਜ਼ਿਟਰਸ ਉਹਦੇ ਉੱਪਰ ਆ ਕੇ ਨੈਵੀਗੇਟ ਉਸ ਨੂੰ ਕਰਨਗੇ ਉਹਨਾਂ ਵਾਸਤੇ ਵੀ ਉਹ ਈਜ਼ੀ ਹੋਵੇ। Number 2 consistency। The design of every web page in website should be consistent। All web pages should have the same buttons, colors, navigation design so that they are easy to use and understand। ਸਾਡਾ ਜੋ ਵੈਬ ਪੇਜ ਹੈ ਉਹਦੇ ਉੱਪਰ ਜਿੰਨੇ ਵੀ ਬਟਨਸ ਜਾਂ ਕਲਰਸ ਜਾਂ ਨੈਵੀਗੇਸ਼ਨ ਜਾਂ ਹੋਰ ਜਿੰਨੇ ਵੀ ਤੁਸੀਂ ਡਿਜ਼ਾਈਨ ਯੂਜ਼ ਕੀਤੇ ਨੇ ਆਲਮੋਸਟ ਉਹ ਅਗਰ ਸੇਮ ਹੋਣਗੇ ਤਾਂ ਜੋ ਵਿਜ਼ਿਟਰਸ ਨੇ ਉਹਨਾਂ ਨੂੰ ਵੈਬਸਾਈਟ ਨੂੰ ਸਮਝਣਾ ਕਾਫੀ ਆਸਾਨ ਹੋਵੇਗਾ। ਨੰਬਰ 3 ਟਾਈਪੋਗ੍ਰਾਫੀ। The text on the website should be clean and readable। ਜੋ ਵੀ ਤੁਸੀਂ ਟਾਈਪ ਕਰਦੇ ਹੋ ਆਪਣੀ ਵੈਬਸਾਈਟ ਦੇ ਵਿੱਚ ਤੁਹਾਡਾ ਜੋ ਵੀ ਕੰਟੈਂਟ ਹੈ ਜੋ ਟੈਕਸਚੁਅਲ ਬੇਸ ਹੈ ਉਹ ਇੱਕ ਤਾਂ ਕਲੀਨ ਹੋਣਾ ਚਾਹੀਦਾ ਹੈ, ਰੀਡੇਬਲ ਹੋਣਾ ਚਾਹੀਦਾ ਹੈ। ਤੁਸੀਂ ਉਹਦੇ ਉੱਪਰ ਇਸ ਪ੍ਰਕਾਰ ਦੇ ਕਲਰਸ ਜਾਂ ਉਸਦੀ ਬੈਕਗ੍ਰਾਉਂਡ ਇਸ ਕਿਸਮ ਦੀ ਲਗਾਓ ਕਿ ਯੂਜ਼ਰ ਨੂੰ ਉਸਨੂੰ ਪੜ੍ਹਨ ਦੇ ਵਿੱਚ ਕੋਈ ਵੀ ਮੁਸ਼ਕਿਲ ਨਾ ਆਵੇ। ਨੰਬਰ 4 ਮਲਟੀ ਡਾਈਵੀਜ਼ਨਲ ਡਿਜ਼ਾਈਨ। Nowadays, due to the increasing use of different size of display screens in smartphones and tablets, web design should be in such a way that content of web page will get properly displayed and easily used on screen on different sizes। ਅਗਰ ਅਸੀਂ ਅੱਜ ਕੱਲ੍ਹ ਦੇ ਸਮੇਂ ਦੀ ਗੱਲ ਕਰਦੇ ਹਾਂ ਤਾਂ ਮੋਸਟਲੀ ਯੂਜ਼ਰਸ ਵੱਖ-ਵੱਖ ਤਰ੍ਹਾਂ ਦੇ ਸਕਰੀਨ ਸਾਈਜ਼ ਦੇ ਉੱਪਰ ਵੱਖ-ਵੱਖ ਵੈਬਸਾਈਟਸ ਨੂੰ ਓਪਨ ਕਰਦੇ ਨੇ। ਕੋਈ ਟੈਬ ਦੇ ਵਿੱਚ ਕਿਸੇ ਵੈਬਸਾਈਟ ਨੂੰ ਯੂਜ਼ ਕਰਦਾ, ਕੋਈ ਮੋਬਾਈਲ ਫੋਨ ਦੇ ਵਿੱਚ ਵੈਬਸਾਈਟ ਨੂੰ ਯੂਜ਼ ਕਰਦਾ, ਕੋਈ ਸਿਸਟਮ ਦੇ ਉੱਪਰ ਵੈਬਸਾਈਟ ਨੂੰ ਯੂਜ਼ ਕਰਦਾ। ਸੋ ਤੁਹਾਡੀ ਵੈਬਸਾਈਟ ਦਾ ਜੋ ਪੇਜ ਆ ਉਹ ਇਸ ਤਰੀਕੇ ਨਾਲ ਡਿਜ਼ਾਈਨ ਹੋਣਾ ਚਾਹੀਦਾ ਕਿ ਅਗਰ ਉਹ ਕਿਸੇ ਵੀ ਸਾਈਜ਼ ਦੀ ਸਕਰੀਨ ਦੇ ਵਿੱਚ ਓਪਨ ਕੀਤਾ ਜਾਵੇ ਤਾਂ ਉਸਨੂੰ ਪੜ੍ਹਨ ਦੇ ਵਿੱਚ ਉਸਨੂੰ ਸਮਝਣ ਦੇ ਵਿੱਚ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ। ਨੰਬਰ 5 ਪਿਕਚਰਸ, ਵੀਡੀਓਜ਼ ਐਂਡ ਆਡੀਓ। When designing a website, proper images, video and audio should be used at appropriate place। ਜਦੋਂ ਵੀ ਅਸੀਂ ਕਿਸੇ ਵੈਬਸਾਈਟ ਨੂੰ ਡਿਜ਼ਾਈਨ ਕਰਦੇ ਹਾਂ ਤਾਂ ਉਹਦੇ ਵਿੱਚ ਤੁਸੀਂ ਜਿੰਨੇ ਵੀ ਕੰਟੈਂਟ ਯੂਜ਼ ਕਰਦੇ ਹੋ ਉਹਨਾਂ ਦੀ ਇੱਕ ਪ੍ਰੋਪਰ ਲੋਕੇਸ਼ਨ ਹੋਣੀ ਚਾਹੀਦੀ ਹੈ। ਲਾਈਕ ਤੁਸੀਂ ਕੋਈ ਵੀਡੀਓ ਲਗਾ ਰਹੇ ਹੋ ਉਹਦਾ ਇੱਕ ਖਾਸ ਲੋਕੇਸ਼ਨ ਦੇ ਉੱਪਰ ਇੱਕ ਖਾਸ ਸਾਈਜ਼ ਦੇ ਵਿੱਚ ਉਸ ਵੀਡੀਓ ਨੂੰ ਓਪਨ ਹੋਣਾ ਚਾਹੀਦਾ। ਕੋਈ ਹੋਰ ਕੰਟੈਂਟ ਤੁਸੀਂ ਉਹਦੇ ਵਿੱਚ ਐਡ ਕਰ ਰਹੇ ਹੋ, ਕੋਈ ਹੋਰ ਐਲੀਮੈਂਟ ਐਡ ਕਰ ਰਹੇ ਹੋ
ਤਾਂ ਉਹ ਇੱਕ ਪ੍ਰੋਪਰ ਪਲੇਸ ਤੇ ਹੋਣਗੇ ਤਾਂ ਤੁਹਾਡੀ ਵੈਬਸਾਈਟ ਜ਼ਿਆਦਾ ਵਧੀਆ ਹੋਏਗੀ। ਸੋਸ਼ਲ ਸ਼ੇਅਰਿੰਗ ਫੀਚਰਸ, today is the time of social networking, therefore every section of the website should be so designed that the information available on the website can be easily shared। ਅਗਰ ਅਸੀਂ ਅੱਜ ਕੱਲ੍ਹ ਦੇ ਸਮੇਂ ਦੀ ਗੱਲ ਕਰਦੇ ਹਾਂ ਤਾਂ ਸੋਸ਼ਲ ਸ਼ੇਅਰਿੰਗ ਦਾ ਸਮਾਂ ਹੈ ਕਿ ਮੋਸਟਲੀ ਜ਼ਿਆਦਾ ਲੋਕ ਕਿਸੇ ਵੀ ਇਨਫੋਰਮੇਸ਼ਨ ਨੂੰ ਇੱਕ ਸੈਕਿੰਡ ਦੇ ਵਿੱਚ ਹੀ ਸ਼ੇਅਰ ਕਰਨਾ ਚਾਹੁੰਦੇ ਨੇ। ਸੋ ਤੁਹਾਡੀ ਵੈਬਸਾਈਟ ਇਸ ਮੈਥਡ ਨਾਲ ਡਿਜ਼ਾਈਨ ਕੀਤੀ ਜਾਵੇ ਕਿ ਅਗਰ ਕੋਈ ਯੂਜ਼ਰ ਕਿਸੇ ਇਨਫੋਰਮੇਸ਼ਨ ਨੂੰ ਅੱਗੇ ਫਾਰਵਰਡ ਜਾਂ ਸ਼ੇਅਰ ਕਰਨਾ ਚਾਹੁੰਦਾ ਤਾਂ ਉਹ ਈਜ਼ੀਲੀ ਕਰ ਸਕੇ। Number 7, F design. It has been learned from deep research that ordinary users scan web pages in F pattern। ਤੁਹਾਡੀ ਵੈਬਸਾਈਟ ਦਾ ਜੋ ਡਿਜ਼ਾਈਨ ਹੈ F ਪੈਟਰਨ ਹੋਣਾ ਚਾਹੀਦਾ ਹੈ। ਇਸ ਤੋਂ ਭਾਵ ਕਿ ਜਦੋਂ ਵੀ ਅਸੀਂ ਕਿਸੇ ਵੈਬਸਾਈਟ ਨੂੰ ਓਪਨ ਕਰਕੇ ਫਸਟ ਲੁੱਕ 'ਚ ਉਸ ਨੂੰ ਦੇਖਦੇ ਹਾਂ ਤਾਂ ਸਾਡਾ ਜੋ ਸਟਾਰਟਿੰਗ ਤੇ ਧਿਆਨ ਹੈ ਅਸੀਂ ਟੌਪ ਕਾਰਨਰ ਤੋਂ ਲੈ ਕੇ ਨੀਚੇ ਤੱਕ ਲੈਫਟ ਸਾਈਡ ਤੇ ਹੀ ਦੇਖਦੇ ਹਾਂ, ਯਾਨੀ ਕਿ ਅਸੀਂ ਉਸਨੂੰ ਇੱਕ ਐਫ ਪੈਟਰਨ ਦੇ ਵਿੱਚ ਹੀ ਜ਼ਿਆਦਾ ਵਿਊ ਕਰਦੇ ਹਾਂ। ਇਸ ਕਰਕੇ ਜਿੰਨੀ ਵੀ ਤੁਹਾਡੀ ਇੰਪੋਰਟੈਂਟ ਜੋ ਇਨਫੋਰਮੇਸ਼ਨ ਹੈ ਉਹ ਜ਼ਿਆਦਾ ਅਗਰ ਤੁਸੀਂ ਲੈਫਟ ਸਾਈਡ ਦੇ ਉੱਪਰ ਐਡ ਕਰਦੇ ਹੋ, ਲਗਾਉਂਦੇ ਹੋ ਤਾਂ ਉਹ ਜ਼ਿਆਦਾ ਵਧੀਆ ਡਿਜ਼ਾਈਨ ਮੰਨਿਆ ਜਾਂਦਾ। ਨੈਕਸਟ ਜੋ ਕੁਐਸਚਨ ਹੈ, ਹਾਊ CSS ਕੈਨ ਬੀ ਯੂਜ਼ਡ ਫॉर ਵੈਬ ਡਿਜ਼ਾਈਨ। ਅਸੀਂ ਅਗਰ HTML ਦੇ ਨਾਲ CSS ਨੂੰ ਯੂਜ਼ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਕਿੱਦਾਂ ਉਹਨੂੰ ਯੂਜ਼ ਕਰ ਸਕਦੇ ਹਾਂ। ਬੇਸਿਕਲੀ ਤਿੰਨ ਮੈਥਡ ਨੇ ਅਗਰ ਤੁਸੀਂ HTML ਦੇ ਨਾਲ CSS ਨੂੰ ਯੂਜ਼ ਕਰਨਾ ਚਾਹੁੰਦੇ ਹੋ। ਫਸਟ ਹੈ ਇਨਲਾਈਨ ਸਟਾਈਲ। ਟੂ ਯੂਜ਼ CSS code is used within the HTML tag of body section. It is called inline style. This style works only on those tags on which it is defined। ਅਗਰ ਅਸੀਂ CSS ਦਾ ਕੋਡ HTML ਦੇ ਬੋਡੀ ਟੈਗ ਦੇ ਵਿੱਚ ਡਿਫਾਈਨ ਕਰਦੇ ਹਾਂ ਤਾਂ ਇਸ ਨੂੰ ਅਸੀਂ ਇਨਲਾਈਨ ਸਟਾਈਲ ਬੋਲਦੇ ਹਾਂ। ਜਿਵੇਂ ਤੁਸੀਂ ਆਪਣੀ ਸਕਰੀਨ ਦੇ ਵਿੱਚ ਦੇਖ ਰਹੇ ਹੋ ਕਿ H1 ਯਾਨੀ ਕਿ ਇੱਕ ਹੈਡਿੰਗ ਟੈਗ ਦੇ ਅਸੀਂ ਸਟਾਈਲ ਨੂੰ ਚੇਂਜ ਕਰ ਰਹੇ ਹਾਂ ਕਿ ਉਸਦਾ ਜੋ ਕਲਰ ਹੈ ਉਹ ਰੈੱਡ ਆਵੇ, ਉਸਦਾ ਜਿਹੜਾ ਬਾਰਡਰ ਹੈ ਉਸਦਾ ਸਾਈਜ਼ ਕੁਛ ਆਵੇ, ਤਾਂ ਇਸ ਨੂੰ ਅਸੀਂ ਬੋਲਦੇ ਹਾਂ ਇਨਲਾਈਨ। ਇਨਲਾਈਨ ਤੋਂ ਭਾਵ ਕਿ HTML ਦੇ ਬੋਡੀ ਸੈਕਸ਼ਨ ਦੇ ਵਿੱਚ ਜਦੋਂ CSS ਦੇ ਟੈਗਸ ਨੂੰ ਜਾਂ CSS ਦੀਆਂ ਪ੍ਰੋਪਰਟੀਜ਼ ਨੂੰ ਯੂਜ਼ ਕੀਤਾ ਜਾਂਦਾ ਤਾਂ ਉਸ ਨੂੰ ਅਸੀਂ ਇਨਲਾਈਨ ਸਟਾਈਲ ਬੋਲਦੇ ਹਾਂ। ਨੰਬਰ 2, ਇੰਟਰਨਲ ਸਟਾਈਲ ਸ਼ੀਟਸ। To use CSS code in written in head section of web page using style tag। ਅਗਰ ਤੁਸੀਂ HTML ਦੇ ਡਾਕੂਮੈਂਟ ਦੇ ਹੈਡ ਸੈਕਸ਼ਨ ਦੇ ਵਿੱਚ ਸਟਾਈਲ ਟੈਗ ਨੂੰ ਯੂਜ਼ ਕਰ ਰਹੇ ਹੋ ਤਾਂ ਇਸ ਨੂੰ ਅਸੀਂ ਬੋਲਦੇ ਹਾਂ ਇੰਟਰਨਲ ਸਟਾਈਲ ਸ਼ੀਟ। ਨੰਬਰ 3, external style sheet। To use CSS code in written in separate file, it is called external style sheet। This separate file should have .css extension। ਅਗਰ ਤੁਸੀਂ externally CSS ਦੀ ਸ਼ੀਟ ਨੂੰ ਪਹਿਲਾਂ ਤੋਂ ਬਣਾਇਆ ਹੋਇਆ ਹੈ ਅਤੇ ਉਸ ਨੂੰ ਤੁਸੀਂ ਇੰਪੋਰਟ ਕਰ ਰਹੇ ਹੋ HTML ਦੇ ਡਾਕੂਮੈਂਟ ਦੇ ਵਿੱਚ ਤਾਂ ਇਸ ਤਰੀਕੇ ਨੂੰ ਅਸੀਂ ਬੋਲਦੇ ਹਾਂ external style sheet। ਕੁਐਸਚਨ ਨੰਬਰ 3, what are the benefits of CSS cascading style sheet? ਦਾ benefit ਕੀ ਹੈਗਾ? ਨੰਬਰ 1, time saving। CSS code can be used repeatedly as needed and then the same sheet can be reused in multiple HTML pages। ਅਗਰ ਤੁਸੀਂ CSS ਦੀ ਕੋਈ ਸ਼ੀਟ ਤਿਆਰ ਕੀਤੀ ਹੈ ਤਾਂ ਤੁਸੀਂ ਉਸ ਨੂੰ ਵੱਖ-ਵੱਖ HTML ਦੇ ਪੇਜ ਦੇ ਵਿੱਚ ਰੀਯੂਜ਼ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਬਾਰ-ਬਾਰ ਉਸੇ ਹੀ ਸ਼ੀਟ ਨੂੰ ਬਣਾਉਣ ਦੀ ਲੋੜ ਨਹੀਂ ਪਏਗੀ। ਇਸ ਦੇ ਨਾਲ ਤੁਹਾਡਾ ਟਾਈਮ ਸੇਵ ਹੋਏਗਾ। ਨੰਬਰ 2, ਸਪੀਡ। CSS requires less code for formatting in HTML which increase the speed of web page creation and loading code in web pages browser with less code typing। ਅਗਰ ਸਪੀਡ ਦੀ ਗੱਲ ਕਰਦੇ ਹਾਂ ਤਾਂ ਜਦੋਂ ਤੁਸੀਂ CSS ਨੂੰ HTML ਨਾਲ ਯੂਜ਼ ਕਰਦੇ ਹੋ ਤਾਂ HTML ਦੇ ਡਾਕੂਮੈਂਟ ਨੂੰ ਫਾਰਮੈਟ ਕਰਨ ਲਈ ਤੁਹਾਨੂੰ ਜ਼ਿਆਦਾ ਲੰਬੇ ਲੈਂਥੀ ਕੋਡ ਲਿਖਣ ਦੀ ਲੋੜ ਨਹੀਂ ਪੈਂਦੀ। ਤੁਸੀਂ ਛੋਟੇ ਜਿਹੇ ਕੋਡ ਲਿਖ ਕੇ ਹੀ ਆਪਣੇ HTML ਦੇ ਡਾਕੂਮੈਂਟ ਨੂੰ ਫਾਰਮੈਟ ਕਰ ਸਕਦੇ ਹੋ। ਇਸ ਨਾਲ ਤੁਹਾਡੀ ਵੈਬ ਡਿਜ਼ਾਈਨਿੰਗ ਦੀ ਸਪੀਡ ਵੀ ਇਨਕਰੀਜ਼ ਹੋਏਗੀ। ਨੰਬਰ 3, ਈਜ਼ੀ ਮੇਨਟੇਨੈਂਸ। Changes to CSS coding in one place automatically apply changes everywhere। ਈਜ਼ੀ ਮੇਨਟੇਨੈਂਸ ਤੋਂ ਭਾਵ ਕਿ ਇਸ ਨੂੰ ਇਸ ਦੀ ਜੋ ਮੇਨਟੇਨੈਂਸ ਹੈ ਉਸ ਨੂੰ ਮੇਨਟੇਨ ਕਰਨਾ ਕਾਫੀ ਈਜ਼ੀ ਹੈ। ਅਗਰ ਤੁਸੀਂ CSS ਕੋਡਿੰਗ ਦੇ ਵਿੱਚ ਇੱਕ ਜਗ੍ਹਾ ਤੇ ਕੋਈ ਚੇਂਜ ਕਰਦੇ ਹੋ ਤਾਂ ਆਟੋਮੈਟਿਕਲੀ ਉਹ ਬਾਕੀ ਜਗ੍ਹਾ ਤੇ ਵੀ ਹੋ ਜਾਂਦੀ ਹੈ। ਇਸ ਨਾਲ ਤੁਹਾਡਾ ਟਾਈਮ ਸੇਵ ਹੁੰਦਾ ਹੈ। ਨੰਬਰ 4, more powerful। Web pages can be designed in much better and simpler way using CSS। It has more features than HTML।
ਜਿੰਨੇ ਵੀ ਵੈਬ ਪੇਜ ਤੁਸੀਂ HTML ਦੇ CSS ਦੀ ਮਦਦ ਦੇ ਨਾਲ ਤਿਆਰ ਕਰਦੇ ਹੋ ਉਹਨਾਂ ਦੀ ਡਿਜ਼ਾਈਨਿੰਗ HTML ਦੇ ਮੁਕਾਬਲੇ ਜ਼ਿਆਦਾ ਵਧੀਆ ਹੋਏਗੀ। ਇਸ ਕਰਕੇ ਸਾਡੇ CSS ਨਾਲ ਡਿਜ਼ਾਈਨ ਕੀਤੇ ਗਏ ਵੈਬ ਪੇਜ ਜ਼ਿਆਦਾ ਪਾਵਰਫੁਲ ਹੁੰਦੇ ਨੇ, ਮਤਲਬ ਉਹਨਾਂ ਦੀ ਜੋ ਲੁੱਕ ਹੈ, ਡਿਜ਼ਾਈਨ ਹੈ, ਫਾਰਮੈਟਿੰਗ ਹੈ, ਉਹ HTML ਦੇ ਮੁਕਾਬਲੇ ਕਾਫੀ ਵਧੀਆ ਹੁੰਦੀ ਹੈ। ਲਾਸਟ, ਮਲਟੀਪਲ ਡਿਵਾਈਸ ਸਪੋਰਟ। Using CSS, web pages can be easily made to display correctly on different screen size devices like mobile, laptop or computer। ਜਿੰਨੇ ਵੀ ਵੈਬ ਪੇਜ ਤੁਸੀਂ CSS ਦੀ ਮਦਦ ਦੇ ਨਾਲ ਡਿਜ਼ਾਈਨ ਕਰਦੇ ਹੋ ਉਹ ਕਿਸੇ ਵੀ ਸਾਈਜ਼ ਦੀ ਸਕਰੀਨ ਦੇ ਉੱਪਰ ਵਧੀਆ ਤਰੀਕੇ ਨਾਲ ਡਿਸਪਲੇ ਹੋ ਜਾਂਦੇ ਨੇ। ਇਸ ਕਰਕੇ ਅਸੀਂ ਇਹਨੂੰ ਬੋਲਦੇ ਹਾਂ ਮਲਟੀਪਲ ਡਿਵਾਈਸ ਸਪੋਰਟ। ਸੋ ਅਗਲੇ ਕੁਐਸਚਨ ਦੀ ਅਸੀਂ ਗੱਲ ਕਰਦੇ ਹਾਂ, ਐਕਸਪਲੇਨ CSS ਬਾਕਸ ਮਾਡਲ। CSS ਦਾ ਜੋ ਬਾਕਸ ਮਾਡਲ ਹੈ ਉਸ ਤੋਂ ਕੀ ਭਾਵ ਹੈ? ਦਾ ਟਰਮ ਬਾਕਸ ਮਾਡਲ ਇਜ਼ ਯੂਜ਼ਡ ਇਨ ਕਨੈਕਸ਼ਨ ਵਿਦ ਡਿਜ਼ਾਈਨ ਐਂਡ ਲੇਆਊਟ ਆਫ ਵੈਬ ਪੇਜਸ। ਇਸ ਜਗ੍ਹਾ ਤੇ ਅਸੀਂ ਬਾਕਸ ਮਾਡਲ ਦੀ ਅਗਰ ਗੱਲ ਕਰਦੇ ਹਾਂ ਤਾਂ ਇਸ ਤੋਂ ਕੀ ਭਾਵ ਹੈ ਕਿ ਵੈਬ ਪੇਜ ਦਾ ਡਿਜ਼ਾਈਨ ਅਤੇ ਲੇਆਊਟ ਦਾ ਆਪਸ ਵਿੱਚ ਕੀ ਕਨੈਕਸ਼ਨ ਹੈ। ਈਚ ਐਲੀਮੈਂਟ ਆਫ HTML ਇਜ਼ ਏ ਬਾਕਸ ਇਨ ਅ ਵੇ। HTML ਦੇ ਵਿੱਚ ਤੁਸੀਂ ਜਿੰਨੇ ਵੀ ਐਲੀਮੈਂਟਸ ਯੂਜ਼ ਕਰਦੇ ਹੋ ਜੋ ਤੁਹਾਡੀ ਸਕਰੀਨ ਉੱਤੇ ਡਿਸਪਲੇ ਹੁੰਦੇ ਨੇ ਉਹ ਇੱਕ ਬਾਕਸ ਦੀ ਫਾਰਮ ਦੇ ਵਿੱਚ ਸਾਨੂੰ ਦਿਖਾਈ ਦਿੰਦੇ ਨੇ। ਦਾ ਵੈਬ ਬਰਾਊਜ਼ਰਸ renders every elements as a rectangular box according to the CSS box model। ਅਗਰ ਅਸੀਂ ਜਿੰਨੇ ਵੀ ਐਲੀਮੈਂਟਸ ਯੂਜ਼ ਕਰਦੇ ਹਾਂ ਤਾਂ ਸਾਡਾ ਬਰਾਊਜ਼ਰ ਉਹਨਾਂ ਨੂੰ ਇੱਕ ਰੈਕਟੈਂਗੂਲਰ ਫਾਰਮ ਦੇ ਵਿੱਚ ਸਾਡੀ ਸਕਰੀਨ ਉੱਤੇ ਡਿਸਪਲੇ ਕਰਦਾ। ਬਾਕਸ ਮਾਡਲ ਕੰਸਿਸਟ ਆਫ ਮਲਟੀਪਲ ਪ੍ਰੋਪਰਟੀਜ਼। ਬਾਕਸ ਮਾਡਲ ਦੇ ਵਿੱਚ ਕੀ ਹੁੰਦਾ? ਉਸ ਦੀਆਂ ਮਲਟੀਪਲ ਪ੍ਰੋਪਰਟੀਜ਼ ਹੁੰਦੀਆਂ ਨੇ ਜਿਨ੍ਹਾਂ ਬਾਰੇ ਅਸੀਂ ਗੱਲ ਕਰਦੇ ਹਾਂ। ਨੰਬਰ 1 ਮਾਰਜਿਨਸ, ਨੰਬਰ 2 ਬਾਰਡਰ, ਨੰਬਰ 3 ਪੈਡਿੰਗ ਐਂਡ ਨੰਬਰ 4 ਐਕਚੁਅਲ ਕੰਟੈਂਟ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਮਾਰਜਨ ਕੀ ਹੈ। ਮਾਰਜਨ is an area outside the border, the margin is transparent। ਤੁਸੀਂ ਜਦੋਂ ਕਿਸੇ ਐਲੀਮੈਂਟ ਨੂੰ ਆਪਣੀ ਸਕਰੀਨ ਉੱਪਰ ਦੇਖਦੇ ਹੋ ਤਾਂ ਉਸ ਦੇ ਬਾਰ-ਬਾਰ ਇੱਕ ਖਾਲੀ ਜਗ੍ਹਾ ਹੁੰਦੀ ਹੈ ਜਿਸ ਨੂੰ ਅਸੀਂ ਮਾਰਜਨ ਬੋਲਦੇ ਹਾਂ। ਬੇਸਿਕਲੀ ਇਹ ਟਰਾਂਸਪੇਰੈਂਟ ਹੁੰਦਾ ਹੈ, ਸਾਨੂੰ ਵੈਸੇ ਤਾਂ ਦਿਖਾਈ ਨਹੀਂ ਦਿੰਦਾ ਬਟ ਬਾਕੀ ਐਲੀਮੈਂਟਸ ਅਤੇ ਕੰਟੈਂਟ ਜੋ ਹੁੰਦਾ ਉਸ ਵਿੱਚ ਜਿੰਨਾ ਵੀ ਗੈਪ ਹੁੰਦਾ ਆ ਉਸ ਨੂੰ ਅਸੀਂ ਮਾਰਜਨ ਬੋਲਦੇ ਹਾਂ। ਇਹ ਲੈਫਟ, ਰਾਈਟ, ਟੌਪ ਐਂਡ ਬਾਟਮ ਦੇ ਉੱਪਰ ਦਿਖਾਈ ਦੇਵੇਗਾ। ਨੰਬਰ 2 ਬਾਰਡਰ, it is the area between the box padding and margin। its dimension are given by the width and height property of the box। ਬਾਰਡਰ ਕੀ ਹੁੰਦਾ? ਇੱਕ ਏਰੀਆ ਹੁੰਦਾ ਆ ਜਿਹੜਾ ਸਾਡੇ ਕੰਟੈਂਟ ਦੇ ਬਾਰ-ਬਾਰ ਸਾਨੂੰ ਦਿਖਾਈ ਦਿੰਦਾ ਆ। ਅਸੀਂ ਇਸ ਦੀ ਜੋ ਸਾਈਜ਼ ਹੈ ਉਸ ਨੂੰ ਵਧਾ ਜਾਂ ਘਟਾ ਸਕਦੇ ਹਾਂ। ਪੈਡਿੰਗ, this area is actually the space around the content area within the border box। ਅਗਰ ਕੰਟੈਂਟ ਅਤੇ ਬਾਰਡਰ ਦੇ ਵਿਚਕਾਰ ਜਿੰਨੀ ਵੀ ਸਪੇਸ ਹੁੰਦੀ ਹੈ ਉਸ ਨੂੰ ਅਸੀਂ ਪੈਡਿੰਗ ਬੋਲਦੇ ਹਾਂ। ਕੰਟੈਂਟ, it is the area where actual content of the box are display। ਕੰਟੈਂਟ ਉਹ ਐਲੀਮੈਂਟ ਹੁੰਦਾ ਜੋ ਐਕਚੁਅਲ ਬਾਕਸ ਦੇ ਵਿੱਚ ਸਾਨੂੰ ਦਿਖਾਈ ਦੇ ਰਿਹਾ ਹੁੰਦਾ। ਇਟ ਮੀਨਸ ਅਸੀਂ ਕਿਸੇ ਵੀ ਅਗਰ ਐਲੀਮੈਂਟ ਦੀ ਗੱਲ ਕਰਦੇ ਹਾਂ ਤਾਂ ਉਹ ਇੱਕ ਰੈਕਟੈਂਗੂਲਰ ਫਾਰਮ ਦੇ ਵਿੱਚ ਸਾਨੂੰ ਦਿਖਾਈ ਦਿੰਦਾ। ਸਭ ਤੋਂ ਪਹਿਲਾਂ ਸਾਡਾ ਐਕਚੁਅਲ ਜੋ ਕੰਟੈਂਟ ਹੁੰਦਾ, ਉਸ ਤੋਂ ਬਾਅਦ ਇੱਕ ਏਰੀਆ ਹੁੰਦਾ ਜਿਸ ਨੂੰ ਅਸੀਂ ਪੈਡਿੰਗ ਬੋਲਦੇ ਹਾਂ ਜੋ ਬਾਰਡਰ ਅਤੇ ਕੰਟੈਂਟ ਨੂੰ ਵੱਖ ਕਰਦਾ। ਪੈਡਿੰਗ ਤੋਂ ਬਾਅਦ ਸਾਡਾ ਬਾਰਡਰ ਦਿਖਾਈ ਦਿੰਦਾ ਜਿਸ ਦਾ ਸਾਈਜ਼ ਅਸੀਂ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਵਧਾ ਜਾਂ ਘਟਾ ਸਕਦੇ ਹਾਂ ਉਸਦੀ ਪ੍ਰੋਪਰਟੀ ਦੇ ਦੁਆਰਾ। ਅਤੇ ਲਾਸਟ ਦੇ ਉੱਪਰ ਮਾਰਜਨ ਹੁੰਦਾ। ਮਾਰਜਨ ਬਾਰਡਰ ਦੇ ਬਾਹਰ ਜੋ ਵੀ ਸਪੇਸ ਹੁੰਦੀ ਹੈ ਟੌਪ, ਬੋਟਮ, ਲੈਫਟ ਜਾਂ ਰਾਈਟ ਦੇ ਉੱਪਰ ਉਸ ਨੂੰ ਅਸੀਂ ਮਾਰਜਨ ਬੋਲਦੇ ਹਾਂ। ਬੇਸਿਕਲੀ ਇਹ ਟਰਾਂਸਪੇਰੈਂਟ ਹੁੰਦਾ, ਇਸ ਦਾ ਕੋਈ ਵੀ ਕਲਰ ਨਹੀਂ ਹੁੰਦਾ। ਲਾਸਟ ਜੋ ਸਾਡਾ ਕੁਐਸਚਨ ਹੈ, ਐਕਸਪਲੇਨ ਬਾਰਡਰ ਪ੍ਰੋਪਰਟੀ ਇਨ CSS ਵਿਦ ਕੋਡਿੰਗ। ਅਗਰ ਅਸੀਂ ਬਾਰਡਰ ਪ੍ਰੋਪਰਟੀ ਨੂੰ ਯੂਜ਼ ਕਰਦੇ ਹਾਂ CSS ਦੇ ਵਿੱਚ ਤਾਂ ਉਹ ਪ੍ਰੋਪਰਟੀ ਕਿੰਨੀ ਤਰ੍ਹਾਂ ਦੀਆਂ ਹੁੰਦੀਆਂ ਨੇ। ਦਿਸ ਪ੍ਰੋਪਰਟੀ ਇਜ਼ ਯੂਜ਼ ਟੂ ਸੈਟ ਐਂਡ ਫਾਰਮੈਟ ਦਾ ਬਾਰਡਰ ਅਰਾਊਂਡ ਦਾ ਐਲੀਮੈਂਟ। ਕਿਸੇ ਵੀ ਐਲੀਮੈਂਟ ਦੇ ਬਾਰ-ਬਾਰ ਜਦੋਂ ਅਸੀਂ ਬਾਰਡਰ ਨੂੰ ਸੈੱਟ ਕਰਦੇ ਹਾਂ ਤਾਂ ਇਸ ਪ੍ਰੋਪਰਟੀਜ਼ ਨੂੰ ਯੂਜ਼ ਕੀਤਾ ਜਾਂਦਾ ਹੈ। ਵੀ ਕੈਨ ਸੈਟ ਬਾਰਡਰ ਸਟਾਈਲਸ, ਵਿਡਥ ਐਂਡ ਕਲਰ ਫॉर ਦਾ HTML ਐਲੀਮੈਂਟਸ ਯੂਜ਼ਿੰਗ ਦਿਸ ਪ੍ਰੋਪਰਟੀ। ਤੁਸੀਂ ਬਾਰਡਰ ਦੇ ਕਲਰ ਨੂੰ, ਉਸਦੇ ਸਾਈਜ਼ ਨੂੰ, ਉਸਦੀ ਚੌੜਾਈ ਨੂੰ ਚੇਂਜ ਕਰ ਸਕਦੇ ਹੋ ਬਾਰਡਰ ਪ੍ਰੋਪਰਟੀ ਦੇ ਨਾਲ। ਬਾਰਡਰ ਦੀਆਂ ਪ੍ਰੋਪਰਟੀਜ਼ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ? ਜਿਵੇਂ ਬਾਰਡਰ ਦਾ ਸਟਾਈਲ। This property is used to set the style of the border। Commonly used value for setting border style are none, dotted, dashed, solid, double। ਕਿਸੇ ਵੀ ਬਾਰਡਰ ਦੀ ਜੋ ਸਟਾਈਲ ਹੁੰਦਾ
ਉਹ ਤੁਸੀਂ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਚੇਂਜ ਕਰ ਸਕਦੇ ਹੋ, ਲਾਈਕ ਉਸ ਦੇ ਉੱਪਰ ਡੋਟਸ ਦਿਖਾਈ ਦੇਣ ਜਾਂ ਸੋਲਿਡ ਉਹ ਤੁਹਾਨੂੰ ਦਿਖਾਈ ਦੇਵੇ। ਸੈਕਿੰਡ, ਬਾਰਡਰ ਵਿਡਥ। ਦਿਸ ਪ੍ਰੋਪਰਟੀ ਯੂਜ਼ ਟੂ ਸੈਟ ਦਾ ਵਿਡਥ ਆਫ ਦੀ ਬਾਰਡਰ। ਕਿਸੇ ਵੀ ਬਾਰਡਰ ਦੀ ਜੋ ਵਿਡਥ ਹੁੰਦੀ ਹੈ ਉਸਨੂੰ ਸੈੱਟ ਕਰਨ ਲਈ ਇਸ ਪ੍ਰੋਪਰਟੀ ਨੂੰ ਯੂਜ਼ ਕੀਤਾ ਜਾਂਦਾ। ਬਾਰਡਰ ਕਲਰ, ਬਾਰਡਰ ਦੇ ਕਲਰ ਨੂੰ ਸੈੱਟ ਕਰਨ ਲਈ ਬਾਰਡਰ ਕਲਰ ਯੂਜ਼ ਕੀਤਾ ਜਾਂਦਾ ਹੈ। ਅਤੇ ਲਾਸਟ ਬਾਰਡਰ, ਇਟ ਇਜ਼ ਯੂਜ਼ ਟੂ ਸੈਟ ਆਲ ਬਾਰਡਰ ਪ੍ਰੋਪਰਟੀਜ਼ ਇਨ ਵਨ ਡੈਕਲੇਰੇਸ਼ਨ। ਸਿਰਫ ਇੱਕੋ ਹੀ ਲਾਈਨ ਦੇ ਵਿੱਚ ਅਗਰ ਤੁਸੀਂ ਬਾਕੀ ਸਾਰੀਆਂ ਪ੍ਰੋਪਰਟੀ ਨੂੰ ਸੈੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬਾਰਡਰ ਪ੍ਰੋਪਰਟੀ ਨੂੰ ਯੂਜ਼ ਕਰ ਸਕਦੇ ਹੋ। ਸੋ ਇਹ ਸੀ ਤੁਹਾਡਾ ਚੈਪਟਰ ਨੰਬਰ 1, ਜਿਸ ਦੇ ਵਿੱਚ ਅਸੀਂ ਐਕਸਰਸਾਈਜ਼ ਦੀ ਕੁਐਸਚਨ ਆਨਸਰਸ ਦੀ ਗੱਲ ਕੀਤੀ। ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇਗੀ। ਅਗਰ ਮੇਰੀ ਵੀਡੀਓ ਚੰਗੀ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ।